ਇਸੇ ਹੀ ਸਰਕਾਰ ਨੇ ਅਥਰੂ ਗੈਸ ਦੇ ਗੋਲੇ ਛੱਡ ਕੇ ਤੇ ਇਹ ਮੋਰਚੇ ਨੂੰ ਮੋਰਿਓਂ ਬੰਦ ਕੀਤਾ ਸੀ। ਆ ਕੰਕਰੀਟ ਦੀਆਂ ਕੰਧਾਂ ਕਿਸਾਨਾਂ ਤੇ ਕਿਸਾਨ ਲੀਡਰਾਂ ਨੇ ਨਹੀਂ ਕੱਢੀਆਂ, ਇਹ ਸਰਕਾਰ ਨੇ ਕੱਢੀਆਂ। ਸਾਹਮਣੇ ਫੋਰਸ ਇਹ ਕਿਸਾਨਾਂ ਦੀ ਨਹੀਂ ਬੈਠੀ, ਸਾਨੂੰ ਡੱਕਣ ਵਾਸਤੇ ਸਰਕਾਰੀ ਫੋਰਸ ਬੈਠੀ ਹੈ। ਜਾਣੇ ਅਣਜਾਣੇ ਚ ਵੀ ਜੇਕਰ ਇੱਥੇ ਕੋਈ ਨੁਕਸਾਨ ਹੋਇਆ ਤੇ ਮੋਦੀ ਸ਼ਾਹ ਇਹ ਤੁਸੀਂ ਦੋਨੇ ਹੀ ਕਸੂਰਵਾਰ ਹੋਣਾ ਹੈ। ਇੱਕ ਗੱਲ ਯਾਦ ਰੱਖਿਓ, ਐਦਾਂ ਉਲਝਾ ਕੇ ਯੂਪੀ ਦੇ ਵਿੱਚ ਤੁਸੀਂ ਜਿੱਤ ਨਹੀਂ ਜਾਣਾ, ਖਾਣੀ ਤੁਹਾਨੂੰ ਮੂੰਹ ਦੀ ਪੈਣੀ ਹੈ। ਪਿਛਲੇ ਦਿਨੀ ਤੁਸੀਂ ਬੰਗਾਲ ਤੇ ਬਾਕੀ 4 ਸੂਬਿਆਂ 'ਚ ਆਪਣਾ ਹਾਲ ਦੇਖਿਆ। 11 ਮਹੀਨੇ ਤੋਂ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰ ਰਹੇ, ਦੂਸਰਾ ਮਾਈਕ ਦੇ ਦੇ, ਸਾਡੇ ਬਹੁਤ ਹੀ ਸਤਿਕਾਰਯੋਗ ਜੁਝਾਰੂ ਵੀਰੋ ਮਤਾਓ ਤੇ ਭੈਣੋ, ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਵੱਖ-ਵੱਖ ਆਗੂਆਂ ਨੇ ਤੁਹਾਡੇ ਸਾਹਮਣੇ ਪਿਛਲੇ ਦਿਨੀ ਉੱਠ ਰਹੀਆਂ ਹਵਾਵਾਂ ਤੋਂ, ਉੱਠ ਰਹੀਆਂ ਗੱਲਾਂ ਤੋਂ ਪਰਦਾ ਚੱਕਿਆ, ਉਹਨਾਂ ਤੇ ਹੀ ਮੈਂ ਗੱਲ ਕਰਨੀ ਹੈ। ਗੱਲ ਕਰਨੀ ਬਣਦੀ ਹੈ ਕਿ ਇਲੈਕਸ਼ਨ ਜਿਵੇਂ ਜਿਵੇਂ ਨੇੜੇ ਆ ਰਿਹਾ ਹੈ, ਖਰੀਦੋ ਫਰੋਖਤ ਦਾ ਦੌਰ ਵੀ ਪੂਰੇ ਜ਼ੋਰਾਂ ਤੇ ਹੈ ਤੇ ਰਾਜਨੀਤਿਕ ਲੋਕ ਬੜੇ ਹਥਕੰਡੇ ਅਪਣਾਇਆ ਕਰਦੇ ਹੈ। ਉਹਨਾਂ ਦੀਆਂ ਨਜ਼ਰਾਂ 'ਚ ਮੋਰਚਾ ਰੜਕਦਾ ਹੈ, ਤੁਹਾਡੀ ਇਕਜੁੱਟਤਾ ਰੜਕਦੀ ਹੈ। ਇੱਕ ਗੱਲ ਯਾਦ ਰੱਖਿਓ, ਪਾਰਟੀ ਕੋਈ ਵੀ ਹੋਵੇ, ਸਵਾਲ ਕਰਨ ਵਾਲਾ ਰਾਜਨੀਤਿਕ ਲੋਕਾਂ ਨੂੰ ਚੰਗਾ ਨਾ ਲੱਗਿਆ ਨਾ ਲੱਗਣਾ ਹੈ। ਪਿਛਲੇ ਦਿਨੀ ਗੱਲ ਨਿਕਲ ਕੇ ਸਾਹਮਣੇ ਆਈ ਕਿ ਫੈਸਲਾ ਤੇ ਹੋਇਆ ਪਿਆ ਹੈ। ਆ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਢੋਲ ਵਜਾਉਂਦੇ ਕਿਸਾਨ ਵੀਰੋ ਆਪਣੇ ਘਰਾਂ ਨੂੰ ਚੱਲਾਂਗੇ, ਮੀਡੀਆ ਤੇ ਚੱਲਿਆ ਤੇ ਬਹੁਤ ਸਾਰੇ ਆਗੂਆਂ ਨੇ ਇਸ ਗੱਲ ਦੇ ਵਿੱਚ ਮਾੜੀ ਮੋਟੀ ਹਾਮੀ ਵੀ ਭਰੀ, ਪਰ ਇੱਕ ਗੱਲ ਕੱਲ ਤੋਂ ਸਪਸ਼ਟ ਹੋਣੀ ਸ਼ੁਰੂ ਹੋ ਗਈ ਹੈ ਕਿ ਇਹ ਝੂਠੀਆਂ ਅਫਵਾਹਾਂ ਨੇ ਤੇ ਦੂਸਰਾ ਢੰਗ ਇਹ ਹੈ ਕਿ ਸੰਯੁਕਤ ਮੋਰਚਾ ਵੱਡਾ ਹੈ, ਕੋਈ ਇੱਕ ਆਗੂ ਨਹੀਂ, ਕੋਈ ਇੱਕ ਲੀਡਰ ਨਹੀਂ, ਭਾਵੇਂ ਉਹਦਾ ਤਜਰਬਾ 40 ਸਾਲ ਦਾ ਹੋਵੇ ਤੇ ਚਾਹੇ 4 ਦਿਨਾਂ ਦਾ, ਕੋਈ ਵੀ ਆਗੂ ਹੋਵੇ। ਇਹ ਗੱਲ ਮੰਨ ਕੇ ਚੱਲਿਓ ਕਿ ਅਖੀਰ ਦੇ ਉੱਤੇ ਫੈਸਲਾ ਗਵਰਨਮੈਂਟ ਦੀ ਪ੍ਰਪੋਜ਼ਲ ਦਾ ਸੰਯੁਕਤ ਮੋਰਚੇ 'ਚ ਹੋਣਾ ਹੈ ਤੇ ਤੁਹਾਡੀ ਕਚਹਿਰੀ 'ਚ ਹੋਣਾ ਹੈ। ਇਹ ਜਿਹੜਾ ਮਰਜ਼ੀ ਕਹੀ ਜਾਵੇ ਕਿ ਢੋਲ ਵਜਾਉਂਦੇ ਘਰ ਨੂੰ ਜਾਵਾਂਗੇ, ਇਹ ਕਿਤੇ ਨਾ ਕਿਤੇ ਤੁਹਾਨੂੰ ਇਸ ਮੋਰਚੇ ਦੇ ਵਿੱਚੋਂ ਤੋੜਨ ਦੀਆਂ ਸਾਜ਼ਿਸ਼ਾਂ ਨੇ। ਸਾਡੀਆਂ ਦੀਵਾਲੀਆਂ ਲੋਹੜੀਆਂ ਇਹਨਾਂ ਸੜਕਾਂ ਤੇ ਮੰਨੀਆਂ, ਸਾਡੇ ਤਿਉਹਾਰ ਇਹਨਾਂ ਸੜਕਾਂ ਤੇ ਮੰਨੇ, ਸਾਡੀਆਂ ਸ਼ਹੀਦੀਆਂ ਇਹਨਾਂ ਸੜਕਾਂ ਤੇ ਹੋਈਆਂ ਤੇ ਸਾਡਾ ਘਰ ਇਹੀ ਹੈ, ਸਾਡਾ ਧਾਰਮਿਕ ਸਥਾਨ ਇਹੀ ਹੈ। ਇੱਥੇ ਕੋਈ ਆਗੂ ਵੱਡਾ ਨਹੀਂ ਤੇ ਕੋਈ ਛੋਟਾ ਨਹੀਂ। ਜਿਨੇ ਇਸ ਮੋਰਚੇ ਨੂੰ ਸਹਿਰਦਤਾ ਤੇ ਸੱਚ ਦੇ ਨਾਲ ਖੜਾ ਹੋ ਕੇ ਲੜਨਾ ਹੈ, ਆਗੂ ਉਹ ਬਣਨਾ ਹੈ। ਤੇ ਜਿਹੜੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ, ਭਾਵੇਂ ਸਰਕਾਰ ਵੱਲੋਂ ਤੇ ਭਾਵੇਂ ਕਿਸੇ ਵੱਲੋਂ ਵੀ, ਕਿ 4 ਆਗੂਆਂ ਦੀ ਗੱਲ ਹੋ ਗਈ, ਅਨঅਫੀਸ਼ੀਅਲ ਮੀਟਿੰਗਾਂ ਹੋ ਗਈਆਂ। ਜੇਕਰ ਤੁਹਾਨੂੰ ਕੋਈ ਆਗੂ ਆ ਕੇ ਕਹਿੰਦਾ ਤੇ ਉਹਨੂੰ ਬਿਠਾ ਲਿਓ ਉੱਥੇ ਹੀ, ਸਾਨੂੰ ਇਹਦਾ ਸਰੋਤ ਦੱਸ ਕੇ ਜਾ, ਇਹਦਾ ਸਰੋਤ ਕੀ ਹੈ, ਕਿੱਥੋਂ ਤੈਨੂੰ ਇਹ ਗੱਲ ਪਹੁੰਚੀ ਹੈ। ਜਿੰਨਾ ਚਿਰ ਇਹ ਫੈਸਲਾ ਤੁਹਾਡੀ ਕਚਹਿਰੀ 'ਚ ਨਹੀਂ ਆਉਂਦਾ, 32 ਕਿਸਾਨ ਜਥੇਬੰਦੀਆਂ ਤੇ ਸੰਯੁਕਤ ਮੋਰਚੇ 'ਚ ਪਾਸ ਨਹੀਂ ਹੁੰਦਾ,
ਉਸ ਤੋਂ ਬਾਅਦ ਫਿਰ ਸਰਕਾਰ ਦੇ ਨਾਲ ਆਫੀਸ਼ੀਅਲੀ ਐਲਾਨ ਨਹੀਂ ਹੁੰਦਾ ਤੇ ਸਰਕਾਰ ਲੋਕ ਸਭਾ ਦਾ ਸੈਸ਼ਨ ਬੁਲਾ ਕੇ ਜਿਸ ਤਰ੍ਹਾਂ ਇਹ ਕਾਨੂੰਨ ਬਣਾਏ ਉਸੇ ਤਰ੍ਹਾਂ ਰੱਦ ਕਰਕੇ ਤੁਹਾਡੇ ਹੱਥ ਦੇ ਵਿੱਚ ਉਹਦਾ ਨੋਟੀਫਿਕੇਸ਼ਨ ਨਹੀਂ ਫੜਾਉਂਦੀ। ਉਹਨਾਂ ਚਿਰ ਕਿਹੜੇ ਫੈਸਲੇ ਨੂੰ ਮੰਨੋਗੇ? ਕੋਈ ਫੈਸਲਾ ਨਾ ਮਨਜ਼ੂਰ ਹੈ ਨਾ ਕਰਨਾ ਹੈ। ਤਿੰਨੇ ਕਾਨੂੰਨ ਰੱਦ ਕਰਾਉਣ ਲਈ ਆਏ ਸੀ ਤੇ MSP ਤੇ ਗਰੰਟੀ ਦਾ ਕਾਨੂੰਨ ਜਿਹੜੀਆਂ 23 ਫਸਲਾਂ ਤੇ ਮੰਗੀ ਬੈਠੇ ਆ। ਹੁਣ ਤੱਕ ਐਲਾਨ ਕਰਦੇ ਰਹੇ ਭਾਰਤ ਦਾ ਮੋਰਚਾ ਹੈ। ਜੇ ਭਾਰਤ ਦਾ ਮੋਰਚਾ ਹੈ ਤੇ ਇੱਕ ਕੋਨੇ ਨੂੰ MSP ਦੀ ਗਰੰਟੀ ਚਾਹੀਦੀ ਹੈ, ਉਹਨਾਂ ਨੂੰ ਕੀ ਮੂੰਹ ਦਿਖਾ ਲਓਗੇ? ਜੇ ਤਿੰਨੇ ਕਾਨੂੰਨ ਰੱਦ ਕਰਵਾਉਣੇ ਹੈ ਤੇ ਫਿਰ ਲੋਕਾਂ ਨੂੰ ਮਨਜ਼ੂਰ ਹੋਣੇ ਹੈ। ਆ ਕਮੇਟੀ ਬਣ ਜਾਣੀ ਹੈ MSP ਤੇ, ਇੱਕ ਰਾਜ ਨੂੰ ਦੇ ਦੇਣਾ ਹੈ, ਇੱਕ ਸਟੇਟ ਦੇਖੇ ਤੇ 2 ਰੱਦ ਕਰ ਦਿਆਂਗੇ। ਇਹ ਪਾਸ ਕਿੱਥੇ ਹੋਇਆ? ਜਿਹੜਾ ਆਗੂ ਕਹਿੰਦਾ ਉਹਨੂੰ ਆਪਣੀ ਕਚਹਿਰੀ 'ਚ ਬਿਠਾ ਕੇ ਪੁੱਛਿਓ। ਜੇ ਕੋਈ ਇਹ ਗੱਲ ਕਰਦਾ ਹੈ ਤੇ ਉਹਨੂੰ ਪੁੱਛਿਓ ਇਹ ਫੈਸਲਾ ਕਿੱਥੇ ਹੋਇਆ ਤੇ ਕਿਹਨੂੰ ਮਨਜ਼ੂਰ ਹੈ। ਲੋਕ ਇੱਥੋਂ ਨਿਰਾਸ਼ ਨਹੀਂ ਹੋਣੇ ਚਾਹੀਦੇ। ਜੇ ਕੋਈ ਆਗੂ ਨਿਰਾਸ਼ਾ ਦੀ ਗੱਲ ਕਰਦਾ ਹੈ ਤੇ ਉਹ ਆਪਣੀ ਸੋਚ ਨੂੰ ਆਪਣੇ ਤੱਕ ਸੀਮਤ ਰੱਖੇ। ਇਹ ਕਿਸਾਨਾਂ ਦਾ ਮੋਰਚਾ ਆਖਰੀ ਦਮ ਤੱਕ ਲੜਿਆ ਜਾਣਾ ਹੈ। ਭਾਵੇਂ ਸਰਕਾਰ ਹੱਥਕੰਡੇ ਅਪਣਾ ਰਹੀ ਹੈ, ਬਾਰਡਰ ਖੋਲਣ ਦੀ ਗੱਲ ਕਰਦੀ ਹੈ ਕਿ ਬਾਰਡਰ ਖੋਲ ਦਿਓ। ਮੈਂ ਪੁੱਛਦਾ ਕਿਸਾਨਾਂ ਨੇ ਬੰਦ ਕਦੋਂ ਕੀਤੇ ਸੀ? ਐਸੇ ਹੀ ਜਗ੍ਹਾ ਤੇ ਜਿਸ ਦਿਨ ਅਸੀਂ ਇਸ ਮੋਰਚੇ 'ਚ ਪਹੁੰਚੇ ਹਾਂ, ਬਾਰਡਰਾਂ ਤੇ ਪਹੁੰਚੇ ਹਾਂ, ਇਸੇ ਹੀ ਸਰਕਾਰ ਨੇ ਅਥਰੂ ਗੈਸ ਦੇ ਗੋਲੇ ਛੱਡ ਕੇ ਤੇ ਇਹ ਮੋਰਚੇ ਨੂੰ ਮੋਰਿਓਂ ਬੰਦ ਕੀਤਾ ਸੀ। ਆ ਕੰਕਰੀਟ ਦੀਆਂ ਕੰਧਾਂ ਕਿਸਾਨਾਂ ਤੇ ਕਿਸਾਨ ਲੀਡਰਾਂ ਨੇ ਨਹੀਂ ਕੱਢੀਆਂ, ਇਹ ਸਰਕਾਰ ਨੇ ਕੱਢੀਆਂ। ਸਾਹਮਣੇ ਫੋਰਸ ਇਹ ਕਿਸਾਨਾਂ ਦੀ ਨਹੀਂ ਬੈਠੀ, ਸਾਨੂੰ ਡੱਕਣ ਵਾਸਤੇ ਸਰਕਾਰੀ ਫੋਰਸ ਬੈਠੀ ਹੈ। ਜੇ ਕਿਸਾਨਾਂ ਨੇ ਡੱਕਿਆ ਤਾਂ ਤੁਸੀਂ ਕਾਹਦੇ ਵਾਸਤੇ ਬੈਠੇ ਹੋ? ਤੁਸੀਂ ਇਹ ਗੱਲ ਮੰਨ ਕੇ ਚੱਲੋ ਕਿ ਤੁਹਾਨੂੰ ਜਾਣਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਦੂਸਰੀ ਗੱਲ, ਇੱਥੋਂ ਤੁਸੀਂ ਟ੍ਰੈਫਿਕ ਖੋਲਣ ਦੀ ਗੱਲ ਕਰਦਾ ਹੈ ਹਰਿਆਣਾ ਪ੍ਰਸ਼ਾਸਨ ਤੇ ਦਿੱਲੀ। ਇੱਕ ਗੱਲ ਯਾਦ ਰੱਖਿਓ, ਲਖੀਮਪੁਰ ਖੀਰੀ ਨੂੰ ਇਹ ਮੋਰਚਾ ਤੇ ਦੇਸ਼ ਦੇ ਕਿਸਾਨ ਹਲੇ ਭੁੱਲੇ ਨਹੀਂ। ਤੁਸੀਂ ਉੱਥੇ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਕਰ ਰਹੇ ਹੋ, ਪਰ ਇੱਕ ਗੱਲ ਯਾਦ ਰੱਖਿਓ, ਆ ਹੁਣੇ 3 ਬੀਬੀਆਂ ਦੀਆਂ ਲਾਸ਼ਾਂ ਜਿਹੜੀਆਂ ਤੁਹਾਡੇ ਹੀ ਇਸ ਟ੍ਰੈਫਿਕ ਦੇ ਚਾਅ ਨੇ ਉਹਨਾਂ ਨੂੰ ਟਾਇਰਾਂ ਦੇ ਥੱਲੇ ਦਰੜਿਆ, ਸਾਨੂੰ ਭੁੱਲਿਆ ਨਹੀਂ। ਜਾਣੇ ਅਣਜਾਣੇ 'ਚ ਵੀ ਜੇਕਰ ਇੱਥੇ ਕੋਈ ਨੁਕਸਾਨ ਹੋਇਆ ਤੇ ਮੋਦੀ ਸ਼ਾਹ ਇਹ ਤੁਸੀਂ ਦੋਨੇ ਹੀ ਕਸੂਰਵਾਰ ਹੋਣਾ ਹੈ। 700 ਸ਼ਹੀਦ ਹੋ ਗਿਆ ਪਰ ਤੁਹਾਡੇ ਮੂੰਹ 'ਚੋਂ ਇੱਕ ਸ਼ਬਦ ਨਹੀਂ ਫੁੱਟਿਆ ਗਿਆ ਤੇ ਹੁਣ ਤੁਸੀਂ ਨਵੇਂ ਹਥਕੰਡੇ ਅਪਣਾ ਰਹੇ ਹੋ, ਨਵੇਂ ਢੰਗ ਤਰੀਕੇ ਲੱਭ ਰਹੇ ਹੋ। ਸੁਪਰੀਮ ਕੋਰਟ ਦੀ ਆੜ ਦੇ ਵਿੱਚ ਇਸ ਮੋਰਚੇ ਨੂੰ ਖੰਡਾਉਣਾ ਚਾਹੁੰਦੇ ਹੋ। ਇੱਕ ਗੱਲ ਯਾਦ ਰੱਖਿਓ, ਇੱਕ ਵੀ ਕਿਸਾਨ ਤੇ ਝਰੀਟ ਆਈ ਤੇ ਲੋਕ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ ਖੜਾ ਹੈ। ਇਹ ਮੋਰਚਾ ਭਰਦਿਆਂ ਬਹੁਤੀ ਦੇਰ ਨਹੀਂ ਲੱਗਣੀ। ਕੱਲ ਹੀ ਹਰਜੀਤ ਗਰੇਵਾਲ ਮੇਰੇ ਨਾਲ ਡਿਬੇਟ ਸੀ ਉਸਦੀ, ਉਹ ਗੱਲ ਕਰਦਾ ਸੀ ਕਿ ਅਸੀਂ ਤਾਂ ਚਾਹੁੰਦੇ ਹਾਂ ਕਿ ਕਮੇਟੀ ਬਣ ਜਾਏ, ਪਰ ਕਮੇਟੀ ਬਣਨੀ ਕਿੱਥੇ ਹੈ? ਕਮੇਟੀ ਤੁਸੀਂ ਬਣਾਉਣੀ, ਕਿਉਂਕਿ ਸਰਕਾਰ ਤੁਸੀਂ ਹੋ, ਤੁਹਾਨੂੰ ਗੱਦੀ ਤੇ ਬਿਠਾਇਆ ਹੈ। ਇਹ ਸੜਕਾਂ ਤੇ ਬੈਠੇ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਣਾ ਤੁਸੀਂ ਰੱਖਣਾ ਹੈ। ਆ ਕਾਨੂੰਨ ਬਣੇ, ਜੇ ਤੁਸੀਂ ਅਡਾਨੀਆਂ ਅੰਬਾਨੀਆਂ ਦੇ ਹੈਲੀਕਾਪਟਰ ਝੂਟ ਕੇ ਜੇਕਰ ਉਹਨਾਂ ਦੀ ਹੱਕ ਦੀ ਗੱਲ ਕਰਦੇ ਹੋ, ਕਿਸਾਨਾਂ ਦੀਆਂ ਹੱਕ ਦੀਆਂ ਜ਼ਮੀਨਾਂ ਤੇ ਰੁਜ਼ਗਾਰ ਖੋਣ ਦੀ ਗੱਲ ਕਰਦੇ ਹੋ, ਤੇ ਫਿਰ ਇਹਨਾਂ ਦੀ ਹੱਕ ਦੀ ਗੱਲ ਕਿਹਨੇ ਕਰਨੀ ਹੈ? ਇਹਨਾਂ ਤੋਂ ਖੋਣ ਦੀ ਗੱਲ ਕਰਦੇ ਹੋ ਤੁਸੀਂ। ਜਿੱਦਣ ਤੁਹਾਡੀਆਂ ਅੱਖਾਂ ਤੋਂ ਪਰਦਾ ਚੱਕ ਹੋਇਆ, ਜਿਸ ਤਰ੍ਹਾਂ ਸੁਰੇਸ਼ ਕੋਚ ਜੀ ਨੇ ਦੱਸਿਆ ਕਿ ਭਾਰਤ ਦੇ ਵਿੱਚ 23 ਵਿਧਾਨ ਸਭਾ ਤੇ ਲੋਕ ਸਭਾ ਦੀਆਂ ਸੀਟਾਂ ਤੇ ਚੁਣਾਵ ਹੋਇਆ ਹੈ, ਉਹਦੀ ਅੱਜ ਗਿਣਤੀ ਹੈ ਤੇ ਗਿਣਤੀ ਦੇ ਵਿੱਚ BJP ਦਾ ਸੁਪੜਾ ਸਾਫ਼ ਹੋਈ ਜਾਂਦਾ ਹੈ। ਤੇ ਇੱਕ ਗੱਲ ਯਾਦ ਰੱਖਿਓ, ਐਦਾਂ ਉਲਝਾ ਕੇ ਯੂਪੀ ਦੇ ਵਿੱਚ ਤੁਸੀਂ ਜਿੱਤ ਨਹੀਂ ਜਾਣਾ, ਖਾਣੀ ਤੁਹਾਨੂੰ ਮੂੰਹ ਦੀ ਪੈਣੀ ਹੈ। ਪਿਛਲੇ ਦਿਨੀ ਤੁਸੀਂ ਬੰਗਾਲ ਤੇ ਬਾਕੀ 4 ਸੂਬਿਆਂ 'ਚ ਆਪਣਾ ਹਾਲ ਦੇਖਿਆ। ਸੋ ਮੇਰੀ ਬੇਨਤੀ ਹੈ, ਜੇਕਰ ਤੁਹਾਨੂੰ ਭਾਵੇਂ ਆਗੂ ਵੀ ਗੁੰਮਰਾਹ ਕਰਦਾ ਹੈ,
ਜਿੰਨਾ ਚਿਰ ਤੁਹਾਡੇ ਹੱਥ ਦੇ ਵਿੱਚ ਪ੍ਰੂਫ ਨਹੀਂ ਆਉਂਦਾ ਉਹਨਾਂ ਚਿਰ ਅਸੀਂ ਇੱਥੋਂ ਉੱਠ ਕੇ ਵਾਪਸ ਨਹੀਂ ਜਾਣਾ, ਜਿੰਨਾ ਚਿਰ ਕਾਨੂੰਨ ਨਹੀਂ ਰੱਦ ਹੁੰਦੇ। ਨਹੀਂ ਤੇ ਉਹਨਾਂ ਸ਼ਹਾਦਤਾਂ ਨੂੰ ਕੀ ਮੂੰਹ ਦਿਖਾਲੋਗੇ, ਉਹਨਾਂ ਨੌਜਵਾਨ ਪੁੱਤਾਂ ਨੂੰ ਕੀ ਮੂੰਹ ਦਿਖਾਲੋਗੇ ਜਿਨ੍ਹਾਂ ਨੇ ਤੁਹਾਡੇ ਲਈ ਸ਼ਹਾਦਤਾਂ ਦੇਤੀਆਂ। ਲਖੀਮਪੁਰ ਖੀਰੀ ਦੇ ਵਿੱਚ ਉਸ ਮਾਂ ਤੇ ਪਿਓ ਨੂੰ ਜਿਹਦਾ ਕੱਲਾ ਕੱਲਾ ਪੁੱਤ ਸ਼ਹੀਦ ਕਰ ਦਿੱਤਾ ਗਿਆ ਗੱਡੀ ਥੱਲੇ ਦਰੜ ਕੇ, ਉਹਨਾਂ ਦੇ ਨਾਲ ਅੱਖ ਕਿਵੇਂ ਰਲਾਓਗੇ, ਭਾਵੇਂ ਉਹ ਆਗੂ ਹੋਣ ਤੇ ਇਸ ਮੋਰਚੇ ਦੇ ਵਿੱਚ ਭਾਵੇਂ ਉਹ ਲੋਕ ਬੈਠੇ ਹੋਣ। ਉਹਨਾਂ ਨੇ ਤੁਹਾਨੂੰ ਸਵਾਲ ਕਰਨੇ ਨੇ ਕਿ ਉਹਨਾਂ ਸ਼ਹਾਦਤਾਂ ਦਾ ਮੁੱਲ ਕੀ ਪਾਇਆ। ਤੇ ਤੁਸੀਂ ਉਸ ਮੋਰਚੇ ਨੂੰ ਜਿੱਤਣ ਵੇਲੇ ਤੁਸੀਂ ਗੁਪਤ ਮੀਟਿੰਗਾਂ ਕਰਕੇ ਤੁਸੀਂ ਉਹ ਸਮਝੌਤਾ ਅੰਦਰੋਂ ਅੰਦਰੀ ਕਰ ਲਿਆ। ਜੇ ਕਿਸੇ ਲੀਡਰ ਨੇ ਗੁਪਤ ਸਮਝੌਤਾ ਕੀਤਾ ਤੇ ਉਹਨੂੰ ਜਵਾਬ ਦੇਣਾ ਪੈਣਾ ਹੈ। ਗੱਲ ਇਹ ਹੈ ਕਿ ਜੇ ਕਿਸੇ ਨੇ ਕੀਤਾ, ਮੈਂ ਉਹ ਗੱਲ ਕਰਦਾ, ਜੇ ਕੋਈ ਕਰੂ ਤੇ ਉਹਨੇ ਸਾਹਮਣੇ ਆਉਣਾ ਪੈਣਾ ਹੈ। ਇਹ ਭੁਲੇਖਾ ਮਨ ਚੋਂ ਕੱਢੀਏ, ਲੋਕਾਂ ਜਵਾਬ ਮੰਗਣਾ ਹੈ। ਜੇ ਕੋਈ ਕਰੂ ਉਹਨੂੰ ਜਵਾਬ ਦੇਣਾ ਪੈਣਾ ਹੈ। ਇੱਥੇ ਕਿਸੇ ਦਾ ਨਾਂ ਨਹੀਂ ਕਿਸੇ ਨੇ ਕੀਤਾ। ਤੇ ਫਿਰ ਤੁਹਾਨੂੰ ਇਸ ਗੱਲ ਨੂੰ ਸਮਝੋ ਕਿ ਜੇਕਰ ਕਿਸੇ ਨੇ ਕੀਤਾ ਉਹਨੂੰ ਜਵਾਬ ਦੇਣਾ ਪੈਣਾ ਹੈ। ਤੇ ਸਾਨੂੰ ਇਸ ਗੱਲ ਲਈ ਤਿਆਰ ਰਹਿਣਾ ਚਾਹੀਦਾ ਹੈ ਕਿ ਅਸੀਂ ਸੱਚ ਨਾਲ, ਲੋਕਾਂ ਦੇ ਉਸ ਵਿਸ਼ਵਾਸ ਨਾਲ, ਉਸ ਸੋਚ ਨਾਲ ਖੜੇ ਹਾਂ। ਸਾਨੂੰ ਸਭ ਨੂੰ ਇਸ ਗੱਲ ਦਾ ਯਕੀਨ ਰੱਖਣਾ ਪਏਗਾ ਕਿ ਨਾ ਸਾਡੇ ਆਗੂ ਵਿਕੇ ਹੈ ਤੇ ਨਾ ਵਿਕਣਗੇ। ਜੇਕਰ ਕੋਈ ਸਾਡੇ ਤੇ ਉਂਗਲ ਚੱਕਦਾ ਹੈ ਤੇ ਉਹਨੂੰ ਜਵਾਬ ਅਸੀਂ ਦੇਣਾ ਹੈ। ਸਾਨੂੰ ਜਵਾਬ ਦੇਣਾ ਪਏਗਾ। ਫਿਰ ਇਹ ਮੋਰਚਾ ਜਿੱਤ ਵੱਲ ਵਧੇਗਾ ਤੇ ਸਰਕਾਰ ਨੂੰ ਸਮਝ ਆਏਗੀ ਆਗੂ ਹਮੇਸ਼ਾ ਖੜੇ ਸੀ ਤੇ ਖੜੇ ਰਹਿਣਗੇ, ਲੋਕ ਮਗਰ ਖੜੇ ਸੀ ਤੇ ਖੜੇ ਰਹਿਣਗੇ। ਆਖਰ ਤੱਕ ਤਿੰਨੇ ਕਾਨੂੰਨ ਰੱਦ ਤੇ MSP ਤੇ ਗਰੰਟੀ ਕਾਨੂੰਨ ਤੱਕ ਲੜਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।